ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਦੋਂ ਆਖਰੀ ਸਮੇਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਆ ਕੇ ਵਸੇ ਤਾਂ ਗੁਰੂ ਜੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੀ ਸੰਗਤ ਗੁਰੂ ਜੀ ਦੇ ਕੋਲ ਰਹਿਣੇ ਦੇ ਲਈ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਆ ਕੇ ਵਸ ਗਈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਕਰਤਾਰਪੁਰ ਦੇ ਵਿੱਚ ਬਤਾਇਆ। ਸੰਤ ਤੇ ਸਤਿਗੁਰੂ ਜੀ ਦੇ ਕੋਲੋਂ ਕੁਝ ਨਹੀਂ ਲੁਕਿਆ ਹੁੰਦਾ, ਉਹ ਤਾਂ ਜਾਣੀ ਜਾਣ ਹੁੰਦੇ ਹਨ। ਉਹਨਾਂ ਨੂੰ ਆਉਣ ਵਾਲੇ ਸਮੇਂ ਦੀ ਖਬਰ ਪਹਿਲਾਂ ਹੀ ਜਾਣ ਲੈਂਦੇ ਹਨ। ਇਸ ਤਰ੍ਹਾਂ ਹੀ ਗੁਰੂ ਜੀ ਨੂੰ ਪਰਮਾਤਮਾ ਦੇ ਪਾਸੋਂ ਬੁਲਾਵਾ ਆ ਗਿਆ ਸੀ। ਫਿਰ ਗੁਰੂ ਜੀ ਨੇ ਦੇਖਿਆ ਕਿ ਹੁਣ ਜਾਣ ਦਾ ਸਮਾਂ ਹੋ ਗਿਆ ਹੈ, ਇਸ ਸੰਸਾਰ ਤੋਂ ਵਿਦਾ ਹੋਣੇ ਦਾ ਸਮਾਂ ਆ ਗਿਆ ਹੈ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕਾਂ ਦੀ ਪਰਖ ਕਰਨੀ ਚਾਹੀ, ਕਿਉਂਕਿ ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਸਿੱਖ ਸੇਵਕ ਬਣ ਗਏ ਸੀ, ਜੋ ਗੁਰੂ ਜੀ ਦੀ ਸੇਵਾ ਦੇ ਵਿੱਚ ਲੀਨ ਰਹਿੰਦੇ ਸਨ, ਕਿਉਂਕਿ ਗੁਰੂ ਜੀ ਨੇ ਉਹਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਗੁਰੂ ਗੱਦੀ ਦੇ ਲਈ ਚੁਣਨਾ ਸੀ। ਫਿਰ ਗੁਰੂ ਨਾਨਕ ਦੇਵ ਜੀ ਨੇ ਪਰਖ ਕਰਨੇ ਦੇ ਲਈ ਉੱਥੇ ਮੌਜੂਦ ਆਪਣੇ ਸੇਵਕਾਂ ਨੂੰ ਆਪਣੇ ਨਾਲ ਚੱਲਣੇ ਨੂੰ ਕਿਹਾ। ਫਿਰ ਸਾਰੀ ਸੰਗਤ ਤੇ ਗੁਰੂ ਜੀ ਦੇ ਸੇਵਕ ਗੁਰੂ ਜੀ ਦੇ ਪਿੱਛੇ ਨਾਮ ਦੇ ਸਿਮਰਨ ਦਾ ਜਾਪ ਕਰਦੇ ਹੋਏ ਪਿੱਛੇ ਜਾ ਰਹੇ ਸੀ। ਗੁਰੂ ਜੀ ਨੇ ਉਹਨਾਂ ਦੀ ਪਰਖ ਕਰਨੇ ਦੇ ਲਈ ਉਹਨਾਂ ਦੇ ਉੱਤੇ ਧਨ ਦੀ ਵਰਸ਼ਾ ਕੀਤੀ। ਫਿਰ ਕੁਝ ਸੇਵਾਦਾਰਾਂ ਨੂੰ ਕੁਝ ਤਾਂਬੇ ਦੇ ਸਿੱਕੇ ਦਿਖਾਈ ਦਿੱਤੇ ਤਾਂ ਉਹਨਾਂ ਦੇ ਵਿੱਚੋਂ ਕੁਝ ਸੇਵਾਦਾਰਾਂ ਨੇ ਉਹ ਸਿੱਕੇ ਚੁੱਕ ਕੇ ਆਪਣੀ ਝੋਲੀ ਦੇ ਵਿੱਚ ਗੁਰੂ ਜੀ ਦਾ ਪ੍ਰਸ਼ਾਦ ਸਮਝ ਕੇ ਪਾ ਲਏ। ਉਹ ਸੇਵਾਦਾਰ ਉੱਥੋਂ ਹੀ ਵਾਪਸ ਚਲੇ ਗਏ। ਲੇਕਿਨ ਕੁਝ ਸੇਵਾਦਾਰ ਗੁਰੂ ਜੀ ਦੇ ਨਾਲ ਚੱਲਦੇ ਰਹੇ ਤਾਂ ਥੋੜਾ ਹੋਰ ਅੱਗੇ ਗਏ ਤਾਂ ਉਹਨਾਂ ਨੂੰ ਵੀ ਚਾਂਦੀ ਦੇ ਸਿੱਕੇ ਦਿਖਾਈ ਦਿੱਤੇ ਤਾਂ ਕੁਝ ਸੇਵਾਦਾਰਾਂ ਨੇ ਉਹ ਸਿੱਕੇ ਗੁਰੂ ਜੀ ਦਾ ਪ੍ਰਸ਼ਾਦ ਸਮਝ ਕੇ ਆਪਣੀ ਝੋਲੀ ਦੇ ਵਿੱਚ ਪਾ ਲਏ। ਉਹ ਸੇਵਾਦਾਰ ਗੁਰੂ ਜੀ ਨੂੰ ਪ੍ਰਣਾਮ ਕਰਕੇ ਉੱਥੋਂ ਹੀ ਵਾਪਸ ਚਲੇ ਗਏ। ਹੁਣ ਕੁਝ ਹੀ ਸੇਵਾਦਾਰ ਬਚੇ ਸੀ। ਗੁਰੂ ਜੀ ਇਹ ਨਜ਼ਾਰਾ ਆਪਣੀ ਦਿਵਿਆ ਦ੍ਰਿਸ਼ਟੀ ਦੇ ਨਾਲ ਦੇਖ ਰਹੇ ਸੀ। ਸਾਧ ਸੰਗਤ ਜੀ ਜਦੋਂ ਕੁਝ ਸੇਵਾਦਾਰ ਹੀ ਗੁਰੂ ਜੀ ਦੇ ਨਾਲ ਰਹਿ ਗਏ ਤਾਂ ਉਹਨਾਂ ਨੂੰ ਸੋਨੇ ਦੀਆਂ ਅਸ਼ਰਫੀਆਂ ਦਿਖਾਈ ਦਿੱਤੀਆਂ ਤਾਂ ਉਹਨਾਂ ਉਹ ਚੱਕੀਆਂ ਤੇ ਗੁਰੂ ਜੀ ਦਾ ਧੰਨਵਾਦ ਕੀਤਾ ਤੇ ਵਾਪਸ ਚਲੇ ਗਏ। ਆਖਰ ਦੇ ਵਿੱਚ ਕੇਵਲ 2 ਹੀ ਸਿੱਖ ਗੁਰੂ ਜੀ ਦੇ ਨਾਲ ਬਾਕੀ ਸੀ। ਫਿਰ ਗੁਰੂ ਜੀ ਉਹਨਾਂ ਨੂੰ ਪੁੱਛਿਆ, ਭਾਈ ਸਾਰੇ ਵਾਪਸ ਚਲੇ ਗਏ ਹਨ, ਤੁਸੀਂ ਕਿਉਂ ਨਹੀਂ ਗਏ? ਤੁਹਾਨੂੰ ਵੀ ਜਾਣਾ ਚਾਹੀਦਾ ਸੀ। ਫਿਰ ਉਹਨਾਂ ਨੇ ਗੁਰੂ ਜੀ ਦੇ ਇਸ ਪ੍ਰਸ਼ਨ ਦਾ ਜਵਾਬ ਦਿੱਤਾ, ਗੁਰੂ ਜੀ ਉਹਨਾਂ ਨੂੰ ਜੋ ਚਾਹੀਦਾ ਸੀ ਤੁਸੀਂ ਉਹਨਾਂ ਨੂੰ ਦੇ ਦਿੱਤਾ, ਇਸ ਲਈ ਉਹ ਵਾਪਸ ਚਲੇ ਗਏ। ਲੇਕਿਨ ਅਸੀਂ ਕਿੱਥੇ ਜਾਈਏ? ਸਾਨੂੰ ਤਾਂ ਤੁਹਾਡੀ ਸ਼ਰਨ ਚਾਹੀਦੀ ਹੈ। ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਹੁਣ ਸਾਡਾ ਹੋਰ ਕੋਈ ਸਥਾਨ ਨਹੀਂ ਹੈ। ਸਾਡਾ ਸਥਾਨ ਕੇਵਲ ਤੁਹਾਡੇ ਚਰਨ ਹਨ। ਸਾਡੇ ਲਈ ਹੋਰ ਕੋਈ ਜਗ੍ਹਾ ਨਹੀਂ ਹੈ। ਇਸ ਲਈ ਅਸੀਂ ਤੁਹਾਨੂੰ ਛੱਡ ਕੇ ਕਿਸ ਤਰ੍ਹਾਂ ਜਾ ਸਕਦੇ ਹਾਂ? ਗੁਰੂ ਜੀ ਤੁਸੀਂ ਸਾਨੂੰ ਆਪਣੇ ਚਰਨ ਬਖਸ਼ੋ। ਗੁਰੂ ਜੀ ਨੇ ਇਹ ਸੁਣ ਕੇ ਉਹਨਾਂ ਨੂੰ ਹੁਕਮ ਕੀਤਾ, ਉੱਥੇ ਇੱਕ ਮੁਰਦਾ ਪਿਆ ਹੈ, ਤੁਸੀਂ ਉੱਥੇ ਜਾ ਕੇ ਉਸ ਨੂੰ ਖਾਣਾ ਸ਼ੁਰੂ ਕਰੋ। ਜਿਸ ਤਰ੍ਹਾਂ ਹੀ ਗੁਰੂ ਜੀ ਨੇ ਹੁਕਮ ਕੀਤਾ ਤਾਂ ਭਾਈ ਲਹਿਣਾ ਜੀ ਦੌੜ ਕੇ ਅੱਗੇ ਵਧੇ। ਜੋ ਦੂਸਰਾ ਸਿੱਖ ਸੀ ਉਹ ਭਾਈ ਲਹਿਣਾ ਜੀ ਤੋਂ ਪਿੱਛੇ ਰਹਿ ਗਿਆ। ਜਿਸ ਤਰ੍ਹਾਂ ਹੀ ਭਾਈ ਲਹਿਣਾ ਜੀ ਅੱਗੇ ਵਧੇ ਤਾਂ ਉਹਨਾਂ ਨੂੰ ਮੁਰਦੇ ਦੇ ਸਰੀਰ ਦੇ ਵਿੱਚੋਂ ਬਦਬੂ ਆ ਰਹੀ ਸੀ। ਲੇਕਿਨ ਉਹ ਗੁਰੂ ਜੀ ਦਾ ਹੁਕਮ ਮੰਨ ਕੇ ਮੁਰਦੇ ਨੂੰ ਖਾਣੇ ਦੇ ਲਈ ਤਿਆਰ ਹੋ ਗਏ।
ਲੇਕਿਨ ਮੁਰਦੇ ਦੇ ਕੋਲ ਜਾ ਕੇ ਰੁਕ ਗਏ। ਭਾਈ ਲਹਿਣਾ ਜੀ ਨੂੰ ਰੁਕੇ ਹੋਏ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਸਵਾਲ ਕੀਤਾ ਕਿ ਭਾਈ ਤੂੰ ਰੁਕ ਕਿਉਂ ਗਿਆ। ਫਿਰ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਜੀ, ਮੈਂ ਇਸ ਲਈ ਰੁਕ ਗਿਆ ਹਾਂ ਕਿ ਤੁਸੀਂ ਮੈਨੂੰ ਹੁਕਮ ਕਰੋਗੇ ਕਿ ਮੁਰਦੇ ਨੂੰ ਕਿਹੜੇ ਪਾਸੇ ਤੋਂ ਖਾਣਾ ਸ਼ੁਰੂ ਕਰਨਾ ਹੈ, ਸਿਰ ਵਾਲੇ ਪਾਸੇ ਤੋਂ ਕਿ ਪੈਰਾਂ ਵਾਲੇ ਪਾਸੇ ਤੋਂ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਕਿਹਾ ਕਿ ਭਾਈ ਮੁਰਦੇ ਨੂੰ ਸਿਰ ਵਾਲੇ ਪਾਸੇ ਤੋਂ ਖਾਣਾ ਹੈ। ਫਿਰ ਭਾਈ ਲਹਿਣਾ ਜੀ ਨੇ ਜਦੋਂ ਮੁਰਦੇ ਨੂੰ ਖਾਣੇ ਦੇ ਲਈ ਪਹਿਲਾ ਕਦਮ ਅੱਗੇ ਵਧਾਇਆ ਤੇ ਜਦੋਂ ਮੁਰਦੇ ਦੇ ਉੱਤੋਂ ਕਫਨ ਪਰੇ ਕੀਤਾ ਤਾਂ ਭਾਈ ਲਹਿਣਾ ਜੀ ਕੀ ਦੇਖਦੇ ਹਨ ਕਿ ਉੱਥੇ ਕੋਈ ਮੁਰਦਾ ਹੀ ਨਹੀਂ ਹੈ, ਬਲਕਿ ਗੁਰੂ ਜੀ ਦਾ ਪ੍ਰਸ਼ਾਦ ਪਿਆ ਸੀ, ਜਿਸ ਦੇ ਵਿੱਚੋਂ ਬਹੁਤ ਸੁੰਦਰ ਖੁਸ਼ਬੂ ਆ ਰਹੀ ਸੀ। ਗੁਰੂ ਪਿਆਰਿਓ, ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦੀ ਪ੍ਰੀਖਿਆ ਲੈ ਕੇ ਭਾਈ ਲਹਿਣਾ ਜੀ ਤੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਬਣਾ ਦਿੱਤਾ ਤੇ ਸਿੱਖਾਂ ਦੇ ਦੂਸਰੇ ਗੁਰੂ ਕਹਿਲਾਏ। ਗੁਰੂ ਪਿਆਰਿਓ, ਨਾਮ ਦੇ ਇਸ ਮਾਰਗ ਤੇ ਚੱਲਣਾ ਕੋਈ ਆਸਾਨ ਕੰਮ ਨਹੀਂ ਹੈ। ਇਸ ਮਾਰਗ ਤੇ ਕੇਵਲ ਉਹੀ ਚੱਲ ਸਕਦੇ ਹਨ ਜਿਸ ਦੇ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ। ਨਾਮ ਦੇ ਇਸ ਮਾਰਗ ਤੇ ਜੀਵ ਨੂੰ ਆਪਣਾ ਤਨ ਮਨ ਤੇ ਤਨ ਗੁਰੂ ਨੂੰ ਭੇਟ ਕਰਨਾ ਹੁੰਦਾ ਹੈ ਤੇ ਜਿਹੜਾ ਜੀਵ ਆਪਣਾ ਤਨ ਮਨ ਤੇ ਤਨ ਸਤਿਗੁਰੂ ਨੂੰ ਭੇਟ ਕਰ ਦਿੰਦਾ ਹੈ, ਆਪਣੇ ਆਪ ਨੂੰ ਮਿਟਾ ਦਿੰਦਾ ਹੈ, ਉਹੀ ਜੀਵ ਇਸ ਮਾਰਗ ਤੇ ਚੱਲਣ ਦੇ ਕਾਬਿਲ ਬਣਦਾ ਹੈ। ਜਿਨ੍ਹਾਂ ਨੂੰ ਗੁਰੂ ਦੇ ਨਾਲ ਸੱਚਾ ਪਿਆਰ ਹੈ ਤੇ ਗੁਰੂ ਦਾ ਹੁਕਮ ਮੰਨ ਕੇ ਆਪਣੀ ਜਾਨ ਕੁਰਬਾਨ ਕਰ ਦੇਣੇ ਨੂੰ ਤਿਆਰ ਹੈ, ਉਹੀ ਗੁਰੂ ਦਾ ਸੱਚਾ ਸੇਵਕ ਹੈ। ਗੁਰੂ ਦੇ ਹੁਕਮ ਦੇ ਉੱਤੇ ਹੋਰ ਕੁਝ ਨਹੀਂ ਹੈ। ਗੁਰੂ ਜੋ ਵੀ ਕਹਿ ਦੇਵੇ ਉਹੀ ਸੱਚ ਹੈ। ਜਦੋਂ ਗੁਰੂ ਸਾਨੂੰ ਹੁਕਮ ਕਰੇ ਤੇ ਸਾਨੂੰ ਆਪਣੇ ਮਨ ਦੇ ਪਿੱਛੇ ਲੱਗ ਕੇ ਸੋਚ ਵਿਚਾਰ ਨਹੀਂ ਕਰਨੀ ਚਾਹੀਦੀ, ਕਿਉਂਕਿ ਜੋ ਸੋਚ ਵਿਚਾਰ ਕਰਨ ਲੱਗ ਜਾਂਦਾ ਹੈ ਉਸ ਦੇ ਅੰਦਰ ਗੁਰੂ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਸ਼ੰਕਾ ਰਹਿੰਦੀ ਹੈ। ਗੁਰੂ ਦਾ ਸੱਚਾ ਸੇਵਕ ਬਣਨੇ ਦੇ ਲਈ ਸਾਨੂੰ ਗੁਰੂ ਦੇ ਦੱਸੇ ਰਾਹ ਦੇ ਉੱਤੇ ਹੀ ਚੱਲਣਾ ਪਵੇਗਾ, ਫਿਰ ਹੀ ਅਸੀਂ ਗੁਰੂ ਦੇ ਸੱਚੇ ਸੇਵਕ ਬਣ ਸਕਦੇ ਹਾਂ। ਗੁਰੂ ਪਿਆਰਿਓ, ਗੁਰੂ ਜੀ ਦੀਆਂ ਹੋਰ ਸਾਖੀਆਂ ਸਭ ਤੋਂ ਪਹਿਲਾਂ ਸੁਣਨੇ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਸਤਿਨਾਮ ਸ੍ਰੀ ਵਾਹਿਗੁਰੂ ਜੀ।